ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਝੰਡੇ ਦੇ ਹੇਠ ਅੱਜ ਇੱਕ ਵੱਡਾ ਵਰਕਰ ਸੰਮੇਲਨ ਜਿਹੜਾ ਚੇਤਨਾ ਰੈਲੀ ਕਰਾਈ ਗਈ ਹੈ, ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਰਾਏ ਹੋਣੀ ਪਹੁੰਚੇ ਆ। ਵੱਡੇ ਐਲਾਨ ਹੋਏ ਆ ਇੱਥੇ। ਰਾਏ ਸਾਹਿਬ, ਅੱਜ ਦਾ ਜਿਹੜਾ ਇਹ ਸੰਮੇਲਨ कराया गया, ਪਹਿਲਾਂ ਤਾਂ ਇਹਦਾ ਦੱਸ ਦਿੱਤਾ ਜਾਵੇ ਕਿ ਮੁੱਖ ਕਾਰਨ ਕੀ ਰਿਹਾ। ਅੱਜ ਚੇਤਨਾ ਸੰਮੇਲਨ ਰੱਖਿਆ ਸੀ ਸਾਡੇ ਹਲਕਾ ਜਿਹੜਾ ਸਾਡਾ ਸਰਕਲ ਫਲੋਰ ਨੇ, ਫਿਰ ਨਾਲ ਬਾਕੀ ਕੁਝ ਸਰਕਲ ਰਲ ਗਏ, ਉਹਨਾਂ ਨੇ ਪਹਿਲਾਂ ਰੱਖੀ ਤਾਂ ਇੱਕ ਮੀਟਿੰਗ ਸੀ ਇਹ, ਫਿਰ ਉਹਨੇ ਇਹਨੂੰ ਚੇਤਨਾ ਸੰਮੇਲਨ ਦਾ ਨਾਂ ਦੇ ਦਿੱਤਾ ਹੈ ਔਰ ਇੱਥੇ ਮੰਡੀ 'ਚ ਰੱਖ ਲਿਆ ਖੁੱਲ੍ਹਾ, ਇਹ ਰੈਲੀ ਰੂਪ ਹੋ ਗਿਆ। ਫਿਰ ਸੋ ਇਹਦੇ ਵਿੱਚ ਅੱਜ ਇਹ ਹੀ ਸੀਗਾ ਵੀ ਆਪਾਂ ਜਿਹੜੇ ਸਾਡੇ ਕਿਸਾਨ ਵੀਰ ਹੈਗੇ ਆ ਉਹਨਾਂ ਨੂੰ ਹੋਰ ਜੋਸ਼ ਭਰੀਏ ਤਾਂ ਕਿ ਜਿਹੜੇ ਦਿੱਲੀ ਦੇ ਮੋਰਚੇ ਆ ਉਹ ਅੱਗੇ ਨੂੰ ਵੀ ਤਕੜੇ ਕਰ ਸਕੀਏ। ਇੱਥੋਂ ਵੱਧ ਸੰਖਿਆ, ਕਿਉਂਕਿ ਹੁਣ ਝੋਨੇ ਦੀ ਬਿਜਾਈ ਹੋ ਚੁੱਕੀ ਹੈ, ਕਟਾਈ ਚੱਲੇ ਟਾਈਮ ਹੈ, ਤਾਂ ਉਹਨਾਂ ਚਿਰ ਜਿਹੜਾ ਸਮਾਂ ਆ ਵੱਧ ਤੋਂ ਵੱਧ ਦਿੱਲੀ ਦੇ ਮੋਰਚਿਆਂ ਤੇ ਗੁਜ਼ਾਰਨ, ਉਧਰ ਨੂੰ ਆਪਾਂ ਇਹਨਾਂ ਨੂੰ ਤੋਰੀਏ। ਸੋ ਉਹਦੇ ਵਾਸਤੇ ਅੱਜ ਇਹ ਚੇਤਨਾ ਸੰਮੇਲਨ ਰੱਖਿਆ ਗਿਆ ਸੀ। ਕੱਲ ਖਟਕੜ ਕਲਾਂ ਵਿੱਚ ਰਾਜੇਵਾਲ ਸਾਹਿਬ ਆਏ ਆ, ਕੁਝ ਐਲਾਨ ਪੰਜਾਬ ਦੇ ਵਿੱਚ ਵੀ ਪੰਜਾਬ ਸਰਕਾਰ ਦੇ ਖਿਲਾਫ ਵੀ ਕੱਲ ਅਨਾਉਂਸ ਹੋਇਆ। ਹਾਂਜੀ, ਮੈਂ ਵੀ ਗਿਆ ਸੀ ਖਟਕੜ ਕਲਾਂ, ਪਰ ਮੈਂ ਫਿਰ ਉਹ ਕੋਈ ਪ੍ਰੋਗਰਾਮ ਸੀ ਅੱਗੇ ਉੱਚੇ ਪਿੰਡ ਖਜੂਰਲੇ ਸੀ ਟੂਰਨਾਮੈਂਟ, ਉਹ ਹਾਜ਼ਰੀਆਂ ਭਰ ਰਹੀਆਂ ਸਨ, ਮੈਂ ਫਿਰ ਆ ਗਿਆ ਸੀਗਾ। ਪਰ ਉਹ ਸਲਾਹ ਨਾਲ ਹੀ ਹੋਇਆ ਸਾਰਾ ਪ੍ਰੋਗਰਾਮ, ਕਿਉਂਕਿ ਜਿਹੜਾ ਗੰਨੇ ਦਾ ਰੇਟ ਹੈ ਉਹ ਪੰਜਾਬ ਸਰਕਾਰ ਨੇ ਪਿਛਲੇ 4-5 ਸਾਲਾਂ ਤੋਂ ਵਧਾਇਆ ਨਹੀਂ। ਸਾਡਾ ਰੇਟ ਹਮੇਸ਼ਾ ਹਰਿਆਣੇ ਯੂਪੀ ਨਾਲ ਉੱਪਰ ਹੁੰਦਾ ਸੀ ਪੰਜਾਬ ਦਾ, ਪਰ ਹੁਣ ਹਰਿਆਣੇ ਦੇ ਵਿੱਚ 350 ਸੀਗਾ, 8 ਰੁਪਏ ਉਹ ਸਰਕਾਰ ਨੇ ਫਿਰ ਵਧਾਏ ਹੈ, ਉਹ 358 ਦੇ ਕਰੀਬ ਹੋ ਗਿਆ ਹੈ। ਪਰ ਜਿਹੜਾ ਇੱਥੇ ਦਾ ਰੇਟ ਹੈ ਪੰਜਾਬ ਦਾ ਉਹ 310 ਰੁਪਏ ਹੈ। ਸੋ ਬਹੁਤ ਥੱਲੇ ਹੈ, ਕਿਉਂਕਿ ਖੰਡ ਦਾ ਰੇਟ ਪੂਰੇ ਆਲ ਓਵਰ ਇੰਡੀਆ 'ਚ ਇੱਕੋ ਹੀ ਹੈ, ਤਾਂ ਫਿਰ ਪੰਜਾਬ ਦਾ ਰੇਟ ਕਿਉਂ ਘੱਟ ਹੈ? ਇਹਦਾ ਮਤਲਬ ਜਿਹੜੀ ਇਹ ਸਰਕਾਰ ਹੈ ਪੰਜਾਬ ਸਰਕਾਰ, ਉਹ ਇੱਥੇ ਦੇ ਜਿਹੜੇ ਲੋਕਲ ਇੰਡਸਟਰੀਅਲ ਲੋਕ ਨੇ, ਖੰਡ ਮਿੱਲਾਂ ਦੇ ਮਾਲਕ ਨੇ, ਇਹ ਉਹਨਾਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਨੇ। ਸੋ ਇਸ ਕਰਕੇ ਅਸੀਂ ਹੁਣ ਇਹ ਜਿਹੜਾ ਪ੍ਰੋਗਰਾਮ ਲੀਕਿਆ 20 ਅਗਸਤ ਦਾ, ਉਹ ਧੰਨੋਵਾਲੀ ਜਲੰਧਰ, ਉਹ ਹਾਈਵੇ ਵੀ ਜਾਮ ਕੀਤਾ ਜਾਏਗਾ ਜੇ ਸਰਕਾਰ ਰੇਟ ਨਹੀਂ ਵਧਾਉਂਦੀ ਤਾਂ, ਔਰ ਜਿਹੜੀਆਂ ਟ੍ਰੇਨਾਂ ਉਹ ਵੀ ਰੋਕੀਆਂ ਜਾਣਗੀਆਂ ਜੇ ਸਰਕਾਰ ਰੇਟ ਨਹੀਂ ਵਧਾਉਂਦੀ। ਸਰਕਾਰ ਤੁਰੰਤ ਰੇਟ ਵਧਾਵੇ, ਸਾਡੀ ਡਿਮਾਂਡ 400 ਰੁਪਏ ਰੇਟ ਹੈ। ਅਸੀਂ ਕਹਿੰਦੇ ਹਾਂ ਘੱਟ ਤੋਂ ਘੱਟ ਹਰਿਆਣੇ ਦੇ ਬਰਾਬਰ ਕੀਤਾ ਜਾਵੇ। ਹਰਿਆਣੇ ਦਾ ਜਿਹੜਾ 358 ਰੁਪਏ ਰੇਟ ਹੈਗਾ, ਸਾਡਾ ਹਮੇਸ਼ਾ ਉਹ ਤੋਂ ਉੱਪਰ ਹੈ, ਸਾਨੂੰ ਵੱਧ ਰੇਟ ਚਾਹੀਦਾ। ਇਸ ਕਰਕੇ ਸਾਡੀ ਡਿਮਾਂਡ 400 ਦੀ ਹੈ। ਜਿੰਨਾ ਚਿਰ ਸਰਕਾਰ ਨਹੀਂ ਮੰਨਦੀ ਉਹਨਾਂ ਚਿਰ ਅਸੀਂ ਫਿਰ ਇਹ ਜਿਹੜਾ NH1 ਹਾਈਵੇ ਜਿਹੜਾ ਅੰਮ੍ਰਿਤਸਰ ਨੂੰ ਜਾਂਦਾ ਨੈਸ਼ਨਲ ਹਾਈਵੇ, ਇਹਨੂੰ ਵੀ ਬੰਦ ਕਰਾਂਗੇ ਔਰ ਜਿਹੜੀਆਂ ਟ੍ਰੇਨਾਂ ਉਹ ਵੀ ਰੋਕਾਂਗੇ। 20 ਅਗਸਤ ਤੋਂ ਇਹ ਪੱਕਾ ਐਲਾਨ ਹੈ ਕਿ ਬੰਦ ਕੀਤਾ ਜਾਊਗਾ ਜੇ ਨਹੀਂ ਇਹ ਮੰਗ ਪੂਰੀ ਹੁੰਦੀ ਤਾਂ? ਬਿਲਕੁਲ ਪੱਕਾ ਐਲਾਨ ਹੈ। ਔਰ ਇਹ ਕੱਲ ਅਸੀਂ PC ਵੀ ਕਰਨ ਜਾ ਰਹੇ ਹਾਂ ਜਲੰਧਰ ਤੋਂ, ਵੱਡੀ ਇਕੱਠੇ ਹੋ ਕੇ ਸਾਰੇ ਹੀ ਲੋਕਲ ਜਥੇਬੰਦੀਆਂ ਦੁਆਬੇ ਦੀਆਂ। ਸੋ ਅੱਜ ਕਿਉਂਕਿ ਪ੍ਰੋਗਰਾਮ ਲੀਕੇ ਹੋਏ ਸੀਗੇ, ਇਹਨਾਂ ਪ੍ਰੋਗਰਾਮਾਂ ਸੀਗੇ, ਇਸ ਕਰਕੇ ਅੱਜ ਨਹੀਂ ਉਹ PC ਕਰ ਸਕੇ, ਪਰ ਇਹ ਪ੍ਰੋਗਰਾਮ ਜਿਹੜੇ ਉਹ ਲੀਕ ਦਿੱਤੇ ਆ ਔਰ ਪੱਕਿਆ ਇਹ ਪ੍ਰੋਗਰਾਮ ਕਿ 20 ਅਗਸਤ ਨੂੰ ਜਿਹੜਾ ਉਹ ਹਾਈਵੇ ਵੀ ਜਾਮ ਕੀਤਾ ਜਾਏਗਾ। ਸਰਕਾਰ ਨਹੀਂ ਮੰਗ ਮੰਨਦੀ ਤਾਂ ਨੇ ਉਹ ਜਿਹੜੀਆਂ ਟ੍ਰੇਨਾਂ ਉਹ ਵੀ ਰੋਕੀਆਂ ਜਾਣਗੀਆਂ। ਇੱਕ ਸਟੇਜ ਤੋਂ ਬੜੀ ਵੱਡੀ ਗੱਲ ਤੁਸੀਂ ਕਹੀ ਹੈ, ਜਿਹੜੀ ਅਸੀਂ ਵੀ ਸੁਣੀ ਹੈ, ਇੱਕ ਪਲੇਟਫਾਰਮ ਜਿੰਨੇ ਵੀ 32 ਜਥੇਬੰਦੀਆਂ ਆ ਪੰਜਾਬ ਵਿੱਚ, ਲੋੜ ਹੈ ਮਾਝਾ ਮਾਲਵਾ ਦੁਆਬਾ ਦਾ ਜਿੰਨੇ ਵੀ ਕਿਸਾਨ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਆ ਜਾਣ, ਇੱਕ ਜਥੇਬੰਦੀ ਦਾ ਨਾਮ ਦਿੱਤਾ ਜਾਵੇ ਜਿਹਦੇ ਲਈ ਪਹਿਲ ਕਰਨ ਨੂੰ ਤੁਸੀਂ ਤਿਆਰ ਹੈ? ਬਿਲਕੁਲ ਅਸੀਂ ਪਹਿਲੇ ਦਿਨ ਤੋਂ ਇਸ ਗੱਲ ਲਈ ਤਿਆਰ ਰਹੇ। ਕੋਈ ਇਹ ਗੱਲ ਨਹੀਂ ਹੈਗੀ ਕਿ ਪ੍ਰਧਾਨਗੀਆਂ ਚਾਹੀਦੀਆਂ, ਅਸੀਂ ਕੋਈ ਰਾਜਨੀਤਿਕ ਮੰਚਾ ਨਹੀਂ ਵੀ ਕੋਈ ਨੇਤਾ ਬਣਨਾ ਹੈ। ਅਸੀਂ ਤਾਂ ਆਪਣਾ ਕਿੱਤਾ ਕਰਨ ਵਾਲੇ ਲੋਕ ਹਾਂ, ਆਪਣਾ ਕੰਮ ਕਰਨਾ, ਕੰਮ ਕਰਕੇ ਜਦੋਂ ਸਾਡੀ ਕਿੱਤੇ ਦੀ ਮੰਗ ਹੋਈ ਕੋਈ ਉਹ ਲੈ ਕੇ ਆਉਣੀ ਹੈ, ਮੰਗ ਮਨਾ ਕੇ ਮੁੜ ਕੇ ਫਿਰ ਆਪਣੇ ਖੇਤਾਂ ਚਲੇ ਜਾਣਾ। ਸੋ ਸਾਨੂੰ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਮੈਂ ਪ੍ਰਧਾਨ ਹੈ ਤੇ ਮੈਂ ਪ੍ਰਧਾਨ ਬਣਨਾ। ਮੈਂ ਕਹਿੰਦਾ ਕਿ 32 ਦੇ 32 ਇੱਕ ਹੋ ਜਾਓ। ਇਹ ਸਰਕਾਰਾਂ ਦੇ ਨਾਲ ਅਗਰ ਮੱਥਾ ਲਾਉਣਾ ਹੈ ਤਾਂ ਫਿਰ ਆਪਾਂ ਨੂੰ ਜੋ ਹੁਕਮ ਲੱਗੇਗਾ, ਜਿਹੜੀ ਸੇਵਾ ਬਖਸ਼ਣਗੇ, ਜੇ ਕਹਿਣਗੇ ਕਿ ਤੂੰ 32 'ਚ ਪਿਛਲੀ ਕਤਾਰ 'ਚ ਜਾ ਕੇ ਬਹਿਣਾ, ਮੈਂ ਉਹ ਵੀ ਬਹਿਣ ਨੂੰ ਤਿਆਰ ਹਾਂ। ਪਰ ਮੈਂ ਕਹਿੰਦਾ ਇੱਕ ਹੋ ਜਾਓ, ਇਹ ਅਸੀਂ ਸੱਦਾ ਦਿੰਦੇ ਹਾਂ। ਔਰ ਮੈਂ ਇਹ ਕਹਿੰਦਾ ਕਿ ਖਾਸ ਕਰ ਦੁਆਬੇ ਵਾਲੇ ਤਾਂ ਜ਼ਰੂਰ ਇਕੱਠੇ ਹੋ ਜਾਣ ਔਰ ਜੋ ਮੇਰੀ ਡਿਊਟੀ ਲਾਉਣਗੇ, ਜੇ ਮੇਰੀ ਡਿਊਟੀ ਲਾਉਣਗੇ ਕਿ ਤੂੰ ਪਿੱਛੇ ਰਹਿ ਕੇ ਤੂੰ ਦਰੀਆਂ ਵਿਛਾਉਣੀਆਂ ਆਇਆਂ ਲਈ, ਤੂੰ ਕੁਰਸੀਆਂ ਲਾਉਣੀਆਂ ਆਇਆਂ ਲਈ, ਮੈਂ ਉਹ ਡਿਊਟੀ ਕਰਨ ਨੂੰ ਤਿਆਰ ਹਾਂ। ਪਰ ਕਹਿੰਦੇ ਇੱਕ ਹੋ ਜਾਓ ਯਾਰ, ਇੱਕ ਹੋ ਕੇ ਆਪਾਂ ਇਹ ਜਿਹੜੀ ਆਪਣੀ ਲੜਾਈ ਆ ਤਕੜੇ ਹੋ ਕੇ ਲੜੀਏ। ਅੱਛਾ, ਇਸ ਨੂੰ ਲੈ ਕੇ ਕਿਸੇ ਨਾਲ ਜਥੇਬੰਦੀਆਂ ਨਾਲ ਗੱਲਬਾਤ ਵੀ ਦੌਰ ਸ਼ੁਰੂ ਹੋਇਆ? ਬਿਲਕੁਲ ਕਿਉਂਕਿ ਅੱਜ ਸਾਡੇ ਬਹਿਰੂ ਸਾਹਿਬ ਦੀ ਜਿਹੜੀ ਜਥੇਬੰਦੀ ਹੈ ਉਹ ਇੱਥੇ ਅੱਜ ਅਨਾਉਂਸ ਵੀ ਕਰ ਗਏ, ਉਹਨੇ ਆਪਣਾ ਜਿਹੜਾ ਇੱਥੇ ਦਾ ਵਿੰਗ ਆ ਉਹ ਭੰਗ ਕਰ ਦਿੱਤਾ ਹੈ ਔਰ ਉਹ ਕਹਿੰਦੇ ਆਪਾਂ ਇਕੱਠੇ ਹੋਣ ਨੂੰ ਤਿਆਰ ਹਾਂ। ਸੋ ਇਸ ਤਰੀਕੇ ਦੇ ਨਾਲ ਹੋਰ ਜਥੇਬੰਦੀਆਂ ਨਾਲ ਵੀ ਸਾਡੀ ਗੱਲ ਚੱਲ ਰਹੀ ਹੈ, ਹੌਲੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਇਕੱਠਾ ਕਰੀਏ। ਸਾਡੇ ਨਾਲ ਹਰਿਆਣਾ ਤੋਂ ਵੀ ਆਗੂ ਇਸ चेतना सम्मेलन में पहुंचे हैं। अभिमन्यु कोहाड़ जी, आप विशेष तौर पर हरियाणा से यहाँ पे आए हो पंजाब में, कैसे का आपको यहाँ पे समर्थन देखने को मिला? किसान बड़ी गिनती में यहाँ पे इस सम्मेलन में शामिल हुए। देखिए, जैसा अभी मंजीत राय जी बता रहे थे, यहाँ पे एक मीटिंग रखी गई थी लेकिन वो रैली के रूप में बदल गई। तो ये दिखाता है कि यहाँ के किसान पूरे तरीके से किसान आंदोलन के साथ जुड़े हुए हैं और पूरा वो तन मन धन से इस मोर्चे के साथ हैं। और निश्चित तौर पे आप देखेंगे दिल्ली के मोर्चे भी पूरे तरीके से मजबूत हैं और जगह जगह पे पंजाब और हरियाणा में भी जो सभाएं हो रही हैं उनमें भी किसान बड़ी संख्या में पहुंच रहे हैं।
अच्छा, 26 तारीख जो 26 जनवरी थी, 26 जनवरी के बाद ये आंदोलन जो था कहीं ना कहीं डगमगाया था। उसके बाद हरियाणा की खाप पंचायतों में अहम भूमिका राकेश टिकैत के आंसुओं ने की थी। उसके बाद ये आंदोलन दोबारा अपने पैरों पर आकर खड़ा हुआ था। आप भी खाप पंचायतों का वहाँ पे कह रहे हैं अहम रोल अदा करते हैं। अब उसी बात को लेके आ जाते हैं, कैसे का वहाँ पे समर्थन आपको मिल रहा है और मुजफ्फरनगर की रैली के लिए भी बड़ा ऐलान किया है? देखिए, जो जिस तरीके से पंजाब में एक जत्थेबंदी स्ट्रक्चर है, उसी तरीके से हरियाणा में खापों का स्ट्रक्चर है। और ये कोई खाप स्ट्रक्चर आज का नहीं है, ये 1400 ईस्वी के समय से खाप स्ट्रक्चर है। तो हरियाणा में खाप एक तरीके से पूरे हरियाणा के फैसले लेने का काम करती हैं। और एक समय होता था कि जब सरव जातीय सरव खापीय मीटिंग बुलाई जाती थी तो केंद्र की सरकार भी हिलती थी, पता नहीं ये क्या फैसला ले देंगे। तो इसी तरीके से इस आंदोलन में खापों का एक विशेष रोल है। खासकर 26 जनवरी के बाद आप सिंगू टिकरी पे जाएंगे तो तमाम खापों के वहाँ पे लंगर लगे हुए हैं, तमाम खापों के वहाँ पे झोपड़ियाँ हैं, उनके धरने लगे हुए हैं। और सबसे विशेष बात यह है कि हरियाणा की सभी खापों ने ये कहा है कि वो तो इस मोर्चे का समर्थन कर रहे हैं, फैसला जो भी लेना होगा वो संयुक्त किसान मोर्चा को फैसला लेना होगा, फैसले लेने की प्रक्रिया में वो कोई दखलंदाजी नहीं करेंगे, ऐसा उन्होंने खुद कहा है। उनका पूरा विश्वास संयुक्त किसान मोर्चे के ऊपर है। तो ये और भी ज़्यादा विशेष बात है कि वो इस तरीके से बाहर रह के ही पूरी चीज़ों का समर्थन कर रहे हैं। और जहाँ तक बात रही 5 सितंबर की, तो 5 सितंबर को मुजफ्फरनगर में एक रैली होगी। वो रैली नहीं, वो रैला होगा जिसमें लाखों की संख्या में किसान शामिल होंगे। उत्तर प्रदेश के सभी जिलों, सभी ब्लॉक के किसान होंगे। हरियाणा, पंजाब, मध्य प्रदेश, राजस्थान, उड़ीसा, छत्तीसगढ़, झारखंड, केरल, कर्नाटक, वहाँ के किसानों के संदेश ऑलरेडी आने शुरू हो गए हैं कि हम भी उसमें पहुँच रहे हैं। दूर के किसानों ने अपनी टिकट भी करवा ली है। तो एक वो ऐतिहासिक रैली होगी और आज़ादी के बाद के इतिहास में इतनी बड़ी रैली शायद पहले कभी नहीं हुई होगी। अभिमन्यु जी कहते हैं दिल्ली का सफ़र तय करना हो तो यूपी से होके आता है। अब आप यूपी में पहली रैली करने जा रहे हो, कैसा का लग रहा है वहाँ की सरकार को? इसको लेकर रोकने की तैयारियाँ भी चल रही हैं कुछ? देखिए, योगी सरकार पूरे तरीके से बौखला गई है, घबरा गई है। अभी 2 दिन पहले एक बीजेपी के विधायक जब चौधरी राकेश टिकैत के गांव सिसोली में गए और वहां किसानों ने उनका विरोध किया, तो उसके बाद बीजेपी पूरे तरीके से घबरा गई है, किसानों पे झूठे केस बनवा रही है। लेकिन एक बात तो स्पष्ट है, एक बात क्लियर है कि उत्तर प्रदेश की राजनीति पूरे देश की राजनीति की दिशा और दशा तय करती है। तो जिस तरीके से अभी उत्तर प्रदेश में बीजेपी का हाल है, उत्तर प्रदेश में बीजेपी का जितना विरोध है, तो मुझे नहीं लगता कि आने वाले चुनावों में बीजेपी 10 का भी आंकड़ा छू पाएगी। उत्तर प्रदेश के अंदर 80 लोकसभा सीटें हैं, 403 विधानसभा सीटें हैं, तो उससे राज्यसभा सीटें भी कई बन जाती हैं। तो इसीलिए भारत की राजनीति में उत्तर प्रदेश का विशेष रोल है, विशेष योगदान है। तो निश्चित तौर पे आने वाले समय में ये किसान आंदोलन केंद्र में बैठी हुई सरकार को भी बड़े पैमाने पे प्रभावित करेगा। आप हरियाणा से जुड़े हो, हरियाणा में गुरनाम सिंह चढ़ूनी एक बड़ा चेहरा है, उनकी जथेबंदी भी बहुत बड़ी है और इस आंदोलन में उनका भी जब यहाँ से पंजाब के गए थे तो बड़ा रोल अदा किया था उन्होंने। लेकिन अब कहीं ना कहीं वो राजनीति की बातें कर रहे हैं, पंजाब में आके मीटिंग का दौर जारी है, जिसके कारण उनको संयुक्त किसान मोर्चे ने सस्पेंड भी किया था। देखिए, उस पर गुरनाम सिंह चढ़ूनी जी का स्पष्टीकरण आ गया है। अभी 1-2 दिन पहले ही उनकी वीडियो आई है जिसमें उन्होंने कहा है कि भाई उनका राजनीति से कोई लेना देना नहीं है, ना ही वो कोई चुनाव की बात कर रहे हैं। उनका पूरा फोकस मोर्चे जीतने के ऊपर है, वो पूरे तरीके से संयुक्त किसान मोर्चा के साथ हैं। एक बार कुछ कार्रवाई हुई थी लेकिन वो अब ख़त्म हो चुका है उस कार्रवाई का टाइम पीरियड। और अभी 13 तारीख को मीटिंग थी मोर्चे की, उस मीटिंग में भी आए थे, बाकायदा वो स्टेज पे भी जाते हैं, मोर्चे के सभी कार्यक्रमों में वो शामिल भी होते हैं। तो इस तरीके का कोई मतभेद नहीं है, कोई भेदभाव नहीं है, सभी एकजुट हैं और सभी मिलके ही मोदी सरकार को हराएंगे। 5 तारीख को लेकर क्या आप अपील करना चाहेंगे किसानों को? मैं यही अपील करना चाहता हूं पंजाब के किसानों को भी कि आप लोगों ने इस आंदोलन को शुरू किया था, आपकी एक बड़ी भूमिका रही थी, तो अब ये आंदोलन एक नए दौर में प्रवेश कर रहा है। वो संयुक्त किसान मोर्चा का प्रोग्राम है मुजफ्फरनगर में रैली, जहाँ से मिशन यूपी, मिशन उत्तराखंड का ऐलान होगा, जिस मिशन के तहत यूपी उत्तराखंड में आंदोलन को बहुत ज़्यादा तेज किया जाएगा। तो पंजाब के सभी किसान भाइयों से हाथ जोड़ के विनती है कि वो अधिक से अधिक संख्या में उस रैली में भाग लेके मोदी सरकार को, योगी सरकार को धूल चटाने का काम करें। ਇਹ ਸਨ ਸਾਡੇ ਨਾਲ ਅਭਿਮਨਿਊ ਜੀ, ਜਿਹੜੇ ਹਰਿਆਣਾ ਦੇ ਕਿਸਾਨ ਆਗੂ ਆ, ਅੱਜ ਪੰਜਾਬ ਦੇ ਵਿੱਚ ਪਹੁੰਚੇ ਹੋਏ ਆ, ਗੁਰਾਇਆਂ ਦੀ ਧਰਤੀ ਤੇ ਪਹੁੰਚੇ ਆ, ਜਿੱਥੇ ਅੱਜ ਮੀਟਿੰਗ ਦਾ ਹੋਈ ਆ ਵੱਡੀ ਗਿਣਤੀ ਕਿਸਾਨਾਂ ਤੇ 5 ਜਿਹੜਾ ਸਤੰਬਰ ਨੂੰ ਮੁਜ਼ੱਫਰਨਗਰ ਦੇ ਵਿੱਚ ਵੱਡੀ ਰੈਲੀ ਹੋਣ ਜਾ ਰਹੀ ਆ। ਉਹਦੇ ਵਿੱਚ ਜਿਹੜਾ ਕਿਸਾਨਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾ ਰਿਹਾ ਕਿ ਇਸ ਰੈਲੀ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਰੈਲੀ ਨੂੰ ਕਾਮਯਾਬ ਕੀਤਾ ਜਾਵੇ। ਗੁਰਾਇਆਂ ਤੋਂ ਕੈਮਰਾਮੈਨ ਪਵਨਦੀਪ ਦੇ ਨਾਲ ਮਨੀਸ਼ ਬਾਵਾ, ਜਗਬਾਣੀ। ਕੋਵਿਡ ਦੀ ਬਿਮਾਰੀ ਦੌਰਾਨ ਪੰਜਾਬ ਸਰਕਾਰ ਬਿਲਕੁਲ ਫੇਲ ਹੋ ਗਈ। ਹਜ਼ਾਰਾਂ ਮੌਤਾਂ ਪੰਜਾਬ 'ਚ ਇਸ ਲਈ ਹੋਈਆਂ ਕਿਉਂਕਿ ਸਰਕਾਰੀ ਹਸਪਤਾਲਾਂ ਕੋਲੇ ਨਾ ਆਕਸੀਜਨ ਦਾ ਨਾ ਦਵਾਈਆਂ ਦਾ ਸਾਧਨ ਸੀ। ਪ੍ਰਾਈਵੇਟ ਹਸਪਤਾਲ ਲੱਖਾਂ ਰੁਪਏ ਚਾਰਜ ਕਰਦੇ ਸੀ
ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਸਾਡੀ ਆਉਣ ਵਾਲੀ ਸਰਕਾਰ ਵਿੱਚ ਅਸੀਂ ਸਾਰੇ ਪੰਜਾਬੀਆਂ ਦੀ 10 ਲੱਖ ਰੁਪਏ ਤੱਕ ਮੈਡੀਕਲ ਇੰਸ਼ੋਰੈਂਸ ਕਰਾਵਾਂਗੇ। 10 ਲੱਖ ਰੁਪਏ ਤੱਕ ਕੋਈ ਵੀ ਪੰਜਾਬੀ ਕਿਸੇ ਵੀ ਪ੍ਰਾਈਵੇਟ ਹਸਪਤਾਲ ਜਾਂ ਸਰਕਾਰੀ ਹਸਪਤਾਲ 'ਚ ਆਪਣਾ ਇਲਾਜ ਕਰਾ ਸਕੇਗਾ, ਦਵਾਈਆਂ ਲੈ ਸਕੇਗਾ, ਟੈਸਟ ਕਰਾ ਸਕੇਗਾ। ਪੈਸੇ ਕਰਕੇ ਕੋਈ ਪੰਜਾਬੀ ਇਲਾਜ ਕਰਨ ਤੋਂ ਨਾ ਰਹਿ ਸਕੇ। ਆ ਸਾਡਾ ਸਾਰੇ ਨਾਲ ਵਾਅਦਾ ਹੈ।